ਵੈਲਕਮ ਟੂ ਐਕਸਲੇਟਰ ਕਲਾਸਿਸ। ਅੱਜ ਅਸੀਂ ਇਸ ਕਲਾਸ ਦੇ ਵਿੱਚ ਮੈਗਨੈਟਿਕ ਇਫੈਕਟ ਆਫ ਕਰੰਟ ਦਾ ਨੈਕਸਟ ਆਰਟੀਕਲ ਦੇਖਾਂਗੇ ਤੇ ਅੱਜ ਅਸੀਂ ਦੇਖਾਂਗੇ ਗਲਵੈਨੋਮੀਟਰ। ਸੋ ਸਾਡਾ ਜਿਹੜਾ ਅੱਜ ਦਾ ਟੌਪਿਕ ਹੈ ਉਹ ਕੀ ਹੈ? ਗਲਵੈਨੋਮੀਟਰ। ਗਲਵੈਨੋਮੀਟਰ ਦੀ ਜੇਕਰ ਇੰਟਰੋਡਕਸ਼ਨ ਦੀ ਗੱਲ ਕਰੀਏ ਤੇ ਗਲਵੈਨੋਮੀਟਰ ਇੱਕ ਅਜਿਹਾ ਡਿਵਾਈਸ ਆ ਜਿਹਦੇ ਨਾਲ ਅਸੀਂ ਸਮੌਲ ਕਰੰਟ ਨੋਟ ਕਰ ਸਕਦੇ ਹਾਂ, ਸਮੌਲ ਵੋਲਟੇਜ ਨੋਟ ਕਰ ਸਕਦੇ ਹਾਂ ਤੇ ਕਰੰਟ ਦੀ ਡਾਇਰੈਕਸ਼ਨ ਵੀ ਨੋਟ ਕਰ ਸਕਦੇ ਹਾਂ। ਸੋ ਸਾਡੇ ਕੋਲੋਂ ਇਹ ਗਲਵੈਨੋਮੀਟਰ ਤਿੰਨ ਤਰੀਕਿਆਂ ਨਾਲ ਕੰਮ ਆਉਂਦਾ ਵਾ। ਅਸੀਂ ਸਮੌਲ ਕਰੰਟ ਨੋਟ ਕਰ ਸਕਦੇ ਹਾਂ, ਸਮੌਲ ਵੋਲਟੇਜ ਨੋਟ ਕਰ ਸਕਦੇ ਹਾਂ ਤੇ ਕਰੰਟ ਦੀ ਡਾਇਰੈਕਸ਼ਨ ਵੀ ਨੋਟ ਕਰ ਸਕਦੇ ਹਾਂ। ਤੇ ਦੂਸਰੇ ਨੰਬਰ ਤੇ ਜੇਕਰ ਅਸੀਂ ਇਹਦੇ ਪ੍ਰਿੰਸੀਪਲ ਦੀ ਗੱਲ ਕਰੀਏ ਤੇ ਗਲਵੈਨੋਮੀਟਰ ਇਸ ਪ੍ਰਿੰਸੀਪਲ ਦੇ ਉੱਪਰ ਬੇਸਡ ਆ। ਜਿਵੇਂ ਅਸੀਂ ਪੜ੍ਹਿਆ ਸੀ ਕਿ ਇੱਕ ਮੈਗਨੈਟਿਕ ਫੀਲਡ ਦੇ ਵਿੱਚ ਜਦੋਂ ਇੱਕ ਲੂਪ ਪਈ ਹੁੰਦੀ ਆ, ਮੰਨ ਲਓ ਇੱਕ ਕੀ ਆ ਰੈਕਟੈਂਗੂਲਰ ਲੂਪ ਆ, ਇਸ ਤਰੀਕੇ ਨਾਲ ਪਈ ਹੋਈ ਆ ਤੇ ਜਦੋਂ ਇਸ ਲੂਪ ਦੇ ਵਿੱਚ ਕਰੰਟ ਫਲੋ ਕਰਦਾ ਵਾ ਨਾ ਤੇ ਇਹ ਲੂਪ ਕੀ ਆ, ਇਹ ਲੂਪ ਆਪਣੀ ਪੋਜੀਸ਼ਨ ਤੋਂ ਹਿੱਲ ਜਾਂਦੀ ਆ, ਮਤਲਬ ਟਾਰਕ ਐਕਸਪੀਰੀਅੰਸ ਕਰਦੀ ਆ। ਤੇ ਅਸੀਂ ਟਾਰਕ ਕਿੰਨੀ ਕੱਢੀ ਸੀ? NIAB ਸਾਈਨ ਥੀਟਾ, ਸਾਡੇ ਕੋਲੋਂ ਟਾਰਕ ਆਈ ਸੀ। ਸੋ ਇਹਦਾ ਪ੍ਰਿੰਸੀਪਲ ਕੀ ਆ? ਗਲਵੈਨੋਮੀਟਰ ਦਾ ਪ੍ਰਿੰਸੀਪਲ ਇਹ ਆ ਕਿ ਵੈਨਐਵਰ ਇਹ ਰੈਕਟੈਂਗੂਲਰ ਲੂਪ, ਕਰੰਟ ਕੈਰਿੰਗ ਰੈਕਟੈਂਗੂਲਰ ਲੂਪ ਇਜ਼ ਪਲੇਸਡ ਇਨ ਦਾ ਮੈਗਨੈਟਿਕ ਫੀਲਡ ਇਟ ਐਕਸਪੀਰੀਅੰਸ ਟਾਰਕ। ਕਿ ਜਦੋਂ ਵੀ ਇੱਕ ਕਰੰਟ ਵਾਲੀ ਰੈਕਟੈਂਗੂਲਰ ਲੂਪ ਜਿਹੜੀ ਆ ਉਹ ਮੈਗਨੈਟਿਕ ਫੀਲਡ ਦੇ ਵਿੱਚ ਪਈ ਹੁੰਦੀ ਆ ਤੇ ਉਹ ਕੀ ਆ? ਟਾਰਕ ਐਕਸਪੀਰੀਅੰਸ ਕਰਦੀ ਆ, ਆਪਣੀ ਪੋਜੀਸ਼ਨ ਤੋਂ ਹਿੱਲ ਜਾਂਦੀ ਆ। ਸੋ ਇਹਦਾ ਪ੍ਰਿੰਸੀਪਲ ਕੀ ਆ ਕਿ ਇੱਕ ਕਰੰਟ ਕੈਰਿੰਗ ਲੂਪ ਦੇ ਵਿੱਚੋਂ ਜਦੋਂ ਮੈਗਨੈਟਿਕ ਫੀਲਡ ਗੁਜ਼ਰਦਾ ਵਾ ਤੇ ਉਹ ਕੀ ਆ? ਆਪਣੀ ਪੋਜੀਸ਼ਨ ਤੋਂ ਹਿੱਲ ਜਾਂਦੀ ਆ। ਹੁਣ ਦੇਖੋ ਆਪਾਂ ਤੀਸਰੀ ਗੱਲ ਕਰਦੇ ਹਾਂ ਇਹਦੀ ਵਰਕਿੰਗ ਦੀ। ਤੇ ਵਰਕਿੰਗ ਕਰਨ ਤੋਂ ਪਹਿਲਾਂ ਆਪਾਂ ਇੱਕ ਗੱਲ ਨੂੰ ਸਮਝਦੇ ਹਾਂ। ਆਪਾਂ ਇਸ ਆਰਟੀਕਲ ਦੇ ਵਿੱਚ ਜਾਂ ਇਸ ਗਲਵੈਨੋਮੀਟਰ ਦੇ ਵਿੱਚ ਕੀ ਚਾਹੁੰਦੇ ਹਾਂ? ਅਸੀਂ ਚਾਹੁੰਦੇ ਹਾਂ ਕਿ ਕਰੰਟ ਨੂੰ ਨੋਟ ਕਰਨਾ, ਮਤਲਬ ਅਸੀਂ ਇੱਦਾਂ ਦਾ ਹਿਸਾਬ ਕਿਤਾਬ ਚਾਹੁੰਦੇ ਹਾਂ ਕਿ ਜ਼ਿਆਦਾ ਕਰੰਟ ਦਈਏ ਤੇ ਇਹ ਲੂਪ ਜਿਹੜੀ ਆ ਜ਼ਿਆਦਾ ਹਿੱਲ ਜੇ, ਤੇ ਜੇ ਘੱਟ ਕਰੰਟ ਦਈਏ ਤੇ ਇਹ ਲੂਪ ਘੱਟ ਹਿੱਲੇ, ਤੇ ਸਾਨੂੰ ਪਤਾ ਲੱਗ ਜੇ ਇਸ ਲੂਪ ਦੀ ਪੋਜੀਸ਼ਨ ਚੇਂਜ ਹੋਣ ਤੋਂ ਕਿ ਕਿੰਨਾ ਕੁ ਕਰੰਟ ਜਿਹੜਾ ਵਾ ਫਲੋ ਕੀਤਾ ਵਾ। ਮੇਰੇ ਕਹਿਣ ਦਾ ਮਤਲਬ ਕਿ ਅਸੀਂ ਸੋਚ ਸਕੀਏ ਕਿ ਜੇ ਪਹਿਲਾਂ ਮੰਨ ਲਓ 5 ਡਿਗਰੀ ਹਿੱਲੀ ਆ ਨਾ ਤੇ ਬਾਅਦ ਵਿੱਚ 10 ਡਿਗਰੀ ਹਿੱਲੀ ਆ ਤੇ ਸਾਨੂੰ ਪਤਾ ਲੱਗ ਗਿਆ ਕਿ ਬਾਅਦ ਵਿੱਚ ਕਰੰਟ ਜ਼ਿਆਦਾ ਗਿਆ ਵਾ। ਸੋ ਅਸੀਂ ਇਸ ਕਰੰਟ ਕੈਰਿੰਗ ਲੂਪ ਦੇ ਹਿੱਲਣ ਤੋਂ ਅੰਦਾਜ਼ਾ ਲਗਾ ਲੈਣਾ ਵਾ ਕਿ ਕਰੰਟ ਕਿੰਨਾ ਫਲੋ ਕੀਤਾ ਵਾ। ਸੋ ਸਾਡਾ ਅੱਜ ਦਾ ਆਰਟੀਕਲ ਜਿਹੜਾ ਵਾ ਗਲਵੈਨੋਮੀਟਰ, ਤੇ ਉਹਦੇ ਵਿੱਚ ਅਸੀਂ ਸਿਧਾਂਤ ਵਰਤ ਰਹੇ ਹਾਂ NIAB ਸਾਈਨ ਥੀਟਾ। ਪਰ ਇਹਦੇ ਵਿੱਚ ਦੇਖੋ, ਇਹਦੇ ਵਿੱਚ ਸਾਡੇ ਕੋਲੋਂ ਇੱਕ ਸਮੱਸਿਆ ਵਾ। ਅਸੀਂ ਚਾਹੁੰਦੇ ਕੀ ਆ? ਅਸੀਂ ਚਾਹੁੰਦੇ ਆ ਕਿ I ਚੇਂਜ ਹੋਵੇ ਤੇ ਜਿਹੜਾ ਟੋ ਵੀ ਚੇਂਜ ਹੋਵੇ, ਮਤਲਬ I ਚੇਂਜ ਹੋਵੇ ਤੇ ਟੋ ਵੀ ਚੇਂਜ ਹੋਵੇ। ਹੁਣ ਸਾਨੂੰ ਪਤਾ ਵਾ ਇਹ ਚੀਜ਼ ਤਾਂ ਸਾਨੂੰ ਮਿਲਣੀ ਆ ਕਿ ਜਿੱਦਾਂ ਜਿੱਦਾਂ ਕਰੰਟ ਜਿਹੜਾ ਵਾ ਚੇਂਜ ਹੋਊਗਾ ਉਸੇ ਤਰੀਕੇ ਨਾਲ ਜਿਹੜੀ ਆ ਟਾਰਕ ਚੇਂਜ ਹੋ ਜਾਣੀ ਆ, ਕਿਉਂਕਿ ਇਹ ਜਿਹੜੀ ਇਕੁਏਸ਼ਨ ਕੀ ਕਹਿ ਰਹੀ ਆ? ਇਹ ਕਹਿ ਰਹੀ ਆ ਟਾਰਕ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ I। ਪਰ ਇੱਥੇ ਦੇਖੋ, ਇੱਥੇ ਇੱਕ ਪ੍ਰੋਬਲਮ ਹੋਰ ਆ। ਇੱਥੇ ਪ੍ਰੋਬਲਮ ਇਹ ਆ ਕਿ ਜਦੋਂ ਥੀਟਾ ਚੇਂਜ ਹੋਏਗਾ ਨਾ, ਜਾਂ ਜਦੋਂ I ਚੇਂਜ ਹੋਏਗਾ, ਉਸ ਸਮੇਂ ਕੀ ਹੋਣਾ ਵਾ? ਥੀਟਾ ਵੀ ਚੇਂਜ ਹੋ ਜਾਣਾ। ਉਸ ਸਮੇਂ ਸਾਡੇ ਕੋਲੋਂ ਕੀ ਆ? ਥੀਟਾ ਵੀ ਚੇਂਜ ਹੋ ਜਾਣਾ। ਸੋ ਸਾਡੇ ਕੋਲੋਂ ਜਿਹੜੀ ਇਕੁਏਸ਼ਨ ਬਣਨੀ ਆ ਨਾ ਉਹ ਸਾਨੂੰ ਇਹ ਕਹਿ ਰਹੀ ਆ ਕਿ ਟੋ I ਦੇ ਵੀ ਆ ਤੇ ਟੋ ਦੇ ਨਾਲ ਥੀਟਾ ਵੀ ਚੇਂਜ ਹੋ ਜਾਣਾ, ਡਾਇਰੈਕਟਲੀ ਪ੍ਰੋਪੋਰਸ਼ਨਲ। ਪਰ ਅਸੀਂ ਚਾਹੁੰਦੇ ਕੀ ਆ? ਅਸੀਂ ਚਾਹੁੰਦੇ ਆ ਕਿ ਸਿਰਫ ਇਹੀ ਰਿਲੇਸ਼ਨ ਜਿਹੜਾ ਵਾ ਰਵੇ। ਆ ਜਿਹੜਾ ਰਿਲੇਸ਼ਨ ਆ ਇਹ ਕੀ ਆ? ਐਲੀਮੀਨੇਟ ਹੋ ਜੇ। ਇਹ ਸਾਡੇ ਕੋਲੋਂ ਰਿਲੇਸ਼ਨ ਐਲੀਮੀਨੇਟ ਹੋ ਜੇ, ਕਿਉਂਕਿ ਜੇਕਰ ਇੱਕੋ ਇਕੁਏਸ਼ਨ ਦੇ ਵਿੱਚ ਦੋ ਕੁਆਂਟੀਟੀਜ਼ ਚੇਂਜ ਹੋਣਗੀਆਂ ਨਾ, ਇੱਧਰ ਤੇ ਇੱਧਰ ਇੱਕੋ ਹੀ ਕੁਆਂਟੀਟੀ ਚੇਂਜ ਹੋਏਗੀ, ਤੇ ਸਾਨੂੰ ਐਗਜ਼ੈਕਟਲੀ ਇਸ ਗੱਲ ਦਾ ਅੰਦਾਜ਼ਾ ਨਹੀਂ ਲੱਗਣਾ ਕਿ ਜਿਹੜੀ ਟਾਰਕ ਵਾ ਉਹ ਕਰੰਟ ਦੇ ਕਰਕੇ ਚੇਂਜ ਹੋ ਰਹੀ ਆ ਜਾਂ ਟਾਰਕ ਜਿਹੜੀ ਆ ਉਹ ਥੀਟਾ ਦੇ ਕਰਕੇ ਚੇਂਜ ਹੋ ਰਹੀ ਆ। ਅਸੀਂ ਚਾਹੁੰਦੇ ਆ ਕਿ ਸਾਈਨ ਥੀਟਾ ਇਕੁਏਸ਼ਨ ਦੇ ਵਿੱਚੋਂ ਗਾਇਬ ਹੋ ਜੇ, ਕਿਉਂਕਿ ਅਸੀਂ ਡਾਇਰੈਕਟ ਰਿਲੇਸ਼ਨ ਰੱਖੀਏ ਕਿ ਸਾਡੇ ਕੋਲੋਂ ਇਹ ਇਕੁਏਸ਼ਨ ਆਵੇ ਕਿ ਟਾਓ ਇਜ਼ ਇਕੁਅਲ ਟੂ NIAB। ਇਸ ਜਗ੍ਹਾ ਤੇ B ਵੀ ਰਹੇਗਾ, NIAB। ਅਸੀਂ ਚਾਹੁੰਦੇ ਹਾਂ ਸਿਰਫ
ਇਹੀ ਇਕੁਏਸ਼ਨ ਰਵੇ। ਤੇ ਇਸ ਇਕੁਏਸ਼ਨ ਤੋਂ ਅਸੀਂ ਡਾਇਰੈਕਟਲੀ ਜਾਂ ਸਿੱਧੇ ਤੌਰ ਤੇ ਕਹਿ ਸਕਦੇ ਹਾਂ ਕਿ ਟਾਰਕ ਜਿਹੜੀ ਆ ਉਹ I ਦੇ ਪ੍ਰਪੋਰਸ਼ਨਲ ਆ, ਕਿਉਂਕਿ n ਕੀ ਆ ਨੰਬਰ ਆਫ ਟਰਨਸ ਆ ਲੂਪ ਦੀਆਂ। ਇਹ ਤੇ ਇੱਕ ਵਾਰੀ ਜਿੰਨੀਆਂ ਰੱਖਤੀਆਂ ਬਾਅਦ ਵਿੱਚ ਅਸੀਂ ਚੇਂਜ ਨਹੀਂ ਕਰਨੀਆਂ। A ਕੀ ਆ ਏਰੀਆ ਵੈਕਟਰ ਵਾ, ਤੇ B ਕੀ ਆ ਮੈਗਨੈਟਿਕ ਫੀਲਡ ਆ। ਨਾ ਅਸੀਂ ਲੂਪ ਦਾ ਏਰੀਆ ਚੇਂਜ ਕਰਨਾ ਤੇ ਨਾ ਬਾਅਦ ਵਿੱਚ ਅਸੀਂ ਕੀ ਆ ਮੈਗਨੈਟਿਕ ਫੀਲਡ ਚੇਂਜ ਕਰਨਾ। ਇਹ ਤੇ ਸਟਾਰਟਿੰਗ ਦੇ ਵਿੱਚ ਜਿਹੜੇ ਰੱਖਦੇ ਆ ਨਾ ਇਹ ਉਨੇ ਹੀ ਰਹਿਣੇ ਆ, N A ਤੇ B। ਰਿਲੇਸ਼ਨ ਦੇਖਣਾ ਵਾ करंट चेंज किया तो कितनी टॉर्क चेंज हुई। Permanent magnet moving coil galvanometer is made up of a two concave permanent magnet where magnetic field is directed from north to south, and rectangular coil that has many turns, usually made of thinly insulated or fine copper wire, is wounded on a metallic frame which is pivoted from both the ends. The coil is free to rotate about a fixed axis. This whole arrangement consists of two phosphor bronze hair-like springs. The first one is connected to a upper pivoted free end of the coil, and second spring is connected to the bottom pivoted free end of the coil, and both of these springs are fixed from the other end by the help of a binding screw. A cylindrical soft iron core is symmetrically positioned inside the coil to improve the strength of the magnetic field and to make the field radial. There is a very important reason for keeping the magnetic field radial, which we will talk about later in this video during the working of a galvanometer. Also, the pointer is mounted on a pivoted coil for measuring the angular deflection in the coil, and two ends of the coil are connected to the two terminals of the galvanometer. Principle of permanent magnet moving coil galvanometer. Permanent magnet moving coil galvanometer works on the principle that current carrying coil placed in a magnetic field experiences a torque. When the current is allowed to pass through the coil, current starts flowing from A to B in the left arm of the coil and from C to D in the right arm of the coil. As we can see in the animation, that in the arm AB, direction of the current is upward, and in the arm CD, direction of the current is downward, while the direction of magnetic field is from north to south for both the arm AB and BC. Therefore, according to the left hand Fleming rule, two couple of forces or torque starts acting on a coil, which will help in rotating of a coil and causes angular deflection of the pointer. At this time, hairspring comes into play and creates counter torque to resist any extra unnecessary deflection or damage of a very sensitive pointer, and always ensures the proper functioning of the galvanometer. Corresponding calibrated scale is provided for converting the angular deflection of a pointer in a microamperes. Now let's try to understand that why this radial magnetic field is needed. Here we have used concave shaped magnets to provide radial magnetic field, but why? Let's explore it. As we all know, equation of the torque in this case is NIAB sin theta, where N represents number of turns, I is the current, and theta is the angle between the magnetic field B and the area vector, which is always normal to the plane of the rectangular coil. It's very clear that sin theta for an angle of 90 degree is always 1. Let's move to the top view and try to analyze it. Now we can see that because of the radial magnetic field, for each and every positions of the coil, magnetic field and the area vector are at right angle, or theta equals 90 degree. Therefore, radial magnetic field provides constant torque irrespective of the rotation of the coil. This makes the deflection directly proportional to the current. Because N, A
and B was already constant and now theta also becomes constant. That's why. Now current I is the only variable, which makes it easy to calibrate the instrument for the measuring purpose. ਹੁਣ ਅਸੀਂ ਇਹਦੀ ਥਿਊਰੀ ਨੂੰ ਸਮਝ ਲੈਂਦੇ ਹਾਂ। ਇਹਦੀ ਥਿਊਰੀ ਦੇ ਵਿੱਚ ਕੀ ਆ ਕਿ ਜਿਵੇਂ ਅਸੀਂ ਵਰਕਿੰਗ ਦੇ ਵਿੱਚ ਡਿਸਕਸ ਕੀਤਾ ਵਾ ਕਿ ਦੋ ਕਨਕੇਵ ਟਾਈਪ ਕੀ ਆ ਸਾਡੇ ਕੋਲੋਂ ਕੀ ਆ ਮੈਗਨੇਟਸ ਆ, ਤੇ ਉਹਦੇ ਵਿੱਚ ਇੱਕ ਸੌਫਟ ਆਇਰਨ ਕੋਰ ਆ, ਤੇ ਸੌਫਟ ਆਇਰਨ ਕੋਰ ਦੇ ਉੱਪਰ ਕੀ ਆ ਇੱਕ ਆਪਾਂ ਰੈਕਟੈਂਗੂਲਰ ਲੂਪ ਲਈ ਹੋਈ ਆ। ਇਹ ਜਿਹੜੀ ਰੈਕਟੈਂਗੂਲਰ ਲੂਪ ਆ ਨਾ, ਇਸ ਸੌਫਟ ਆਇਰਨ ਕੋਰ ਨੂੰ ਟੱਚ ਨਹੀਂ ਕਰ ਰਹੀ। ਇਹ ਇਸ ਤਰੀਕੇ ਨਾਲ ਆ ਕਿ ਇਹ ਇਸ ਕੋਰ ਦੇ ਅਰਾਊਂਡ ਕੀ ਆ ਫਰੀਲੀ ਘੁੰਮ ਸਕਦੀ ਆ। ਜਦੋਂ ਵੀ ਇਹਦੇ ਚੋਂ ਕਰੰਟ ਪਾਸ ਹੋਵੇ ਇਹ ਆਸਾਨੀ ਨਾਲ ਕੀ ਆ ਘੁੰਮ ਲਵੇ। ਹੁਣ ਦੇਖੋ ਨੀਚੇ ਕੀ ਆ, ਨੀਚੇ ਇੱਕ ਆਪਾਂ ਸਪਰਿੰਗ ਲਾਇਆ ਹੋਇਆ ਵਾ। ਸਪਰਿੰਗ ਇਸ ਕਰਕੇ ਲਾਇਆ ਹੋਇਆ ਵਾ ਕਿ ਜਦੋਂ ਇਹ ਜਿਹੜੀ ਲੂਪ ਵਾ ਉਹ ਕਰੰਟ ਦੇ ਪਾਸ ਹੋਣ ਦੇ ਨਾਲ ਅੱਗੇ ਨੂੰ ਘੁੰਮਦੀ ਆ ਨਾ, ਤੇ ਇਹ ਸਪਰਿੰਗ ਕੀ ਆ ਇਹ ਰੀਸਟੋਰਿੰਗ ਫੋਰਸ ਡਿਵੈਲਪ ਕਰ ਲੈਂਦਾ। ਜਦੋਂ ਆਪਾਂ ਇਸ ਲੂਪ ਦੇ ਵਿੱਚੋਂ ਕਰੰਟ ਆਫ ਕਰਦੇ ਆ ਨਾ, ਤੇ ਜਿਹੜਾ ਸਪਰਿੰਗ ਰੀਸਟੋਰਿੰਗ ਫੋਰਸ ਪੈਦਾ ਕਰਦਾ ਵਾ, ਉਹਦੇ ਨਾਲ ਕੀ ਆ ਇਹ ਜਿਹੜੀ ਰੈਕਟੈਂਗੂਲਰ ਲੂਪ ਆ ਆਪਣੀ ਓਰੀਜਨਲ ਪੋਜੀਸ਼ਨ ਤੇ ਆ ਜਾਂਦੀ ਆ। ਉੱਪਰ ਕੀ ਆ, ਉੱਪਰ ਫਾਸਫਰ ਬ੍ਰੌਂਜ਼ੇ ਵਾਇਰ ਆ ਜਿਹਦੇ ਨਾਲ ਇੱਕ ਨੀਡਲ ਲੱਗੀ ਹੋਈ ਆ, ਤੇ ਇਸ ਵਾਇਰ ਦੇ ਰਾਹੀਂ ਹੀ ਕਰੰਟ ਅੰਦਰ ਜਾ ਰਿਹਾ ਵਾ ਇਸ ਕੋਇਲ ਦੇ, ਤੇ ਇੱਥੋਂ ਕੀ ਆ ਇੱਥੋਂ ਬਾਹਰ ਨਿਕਲ ਰਿਹਾ ਵਾ। ਇਹ ਜਿਹੜਾ ਸਪਰਿੰਗ ਵਾ ਨਾ, ਇਹ ਸਪਰਿੰਗ ਬਹੁਤ ਹੀ ਘੱਟ ਸਪਰਿੰਗ ਕਾਂਸਟੈਂਟ ਵੈਲਿਊ ਦਾ, ਮਤਲਬ ਬਹੁਤ ਪਤਲਾ ਵਾ। ਥੋੜਾ ਜਿਹਾ ਵੀ ਕਰੰਟ ਪਾਸ ਹੋ ਜੇ ਨਾ, ਤੇ ਇਹ ਜਿਹੜੀ ਕੋਇਲ ਨੂੰ ਅਲਾਉ ਕਰਦਾ ਵਾ ਕਿ ਇਹ ਕੋਇਲ ਕੀ ਆ ਮੂਵ ਕਰ ਸਕੇ। ਹੁਣ ਦੇਖੋ ਇਹਦੇ ਵਿੱਚ ਕੀ ਆ ਕਿ ਅਸੀਂ ਪਹਿਲਾਂ ਹੀ ਰੇਡੀਅਲ ਮੈਗਨੈਟਿਕ ਫੀਲਡ ਬਣਾ ਕੇ ਸਾਈਨ ਥੀਟਾ ਜਿਹੜਾ ਵਾ ਹਟਾ ਲਿਆ ਵਾ, ਤੇ ਸਾਡੇ ਕੋਲੋਂ ਇਕੁਏਸ਼ਨ ਕੀ ਆ ਗਈ ਆ, ਇਕੁਏਸ਼ਨ ਆ ਗਈ ਆ NIAB। ਦੇਖੋ ਜਦੋਂ ਕੋਇਲ ਜਿਹੜੀ ਆ ਘੁੰਮੇਗੀ ਡਿਫਲੈਕਟ ਹੋਏਗੀ ਮਤਲਬ ਆਪਣੀ ਪੋਜੀਸ਼ਨ ਤੋਂ, ਤੇ ਸਪਰਿੰਗ ਦੇ ਵਿੱਚ ਕੀ ਆ ਸਪਰਿੰਗ ਜਿਹੜਾ ਵਾ ਉਹਦੇ ਵਿੱਚ ਟਵਿਸਟ ਆ ਜਾਏਗਾ। ਤੇ ਜੇ ਸਪਰਿੰਗ ਦੇ ਵਿੱਚ ਟਵਿਸਟ ਆ ਗਿਆ ਤੇ ਸਪਰਿੰਗ ਨੇ ਰੀਸਟੋਰਿੰਗ ਫੋਰਸ ਡਿਵੈਲਪ ਕਰ ਲੈਣੀ ਆ। ਤੇ ਆਪਾਂ ਦੇਖਦੇ ਹਾਂ ਕਿ ਮੰਨ ਲਓ ਇਸ ਸਪਰਿੰਗ ਦੇ ਵਿੱਚ 5 ਡਿਗਰੀ ਟਵਿਸਟ ਆ ਗਿਆ, 5 ਡਿਗਰੀ, ਤੇ K ਕੀ ਆ, K ਇੱਕ ਕੀ ਆ ਸਪਰਿੰਗ ਕਾਂਸਟੈਂਟ ਆ। ਸਾਨੂੰ ਪਤਾ ਵਾ ਕਿ ਸਪਰਿੰਗ ਕਾਂਸਟੈਂਟ ਕੀ ਹੁੰਦਾ ਵਾ, 1 ਡਿਗਰੀ ਸਪਰਿੰਗ ਦੇ ਵਿੱਚ ਟਵਿਸਟ ਆਵੇ ਤੇ ਇਹ ਸਪਰਿੰਗ ਆਪਣੇ ਅੰਦਰ ਕਿੰਨੀ ਰੀਸਟੋਰਿੰਗ ਫੋਰਸ ਡਿਵੈਲਪ ਕਰ ਲੈਂਦਾ, ਉਹਨੂੰ ਅਸੀਂ ਕੀ ਬੋਲਦੇ ਆ ਸਪਰਿੰਗ ਕਾਂਸਟੈਂਟ ਬੋਲਦੇ ਆ। ਅਸੀਂ ਦੇਖਿਆ ਕਿ ਇਹ ਜਿਹੜਾ ਸਪਰਿੰਗ ਵਾ ਇਹਦੇ ਵਿੱਚ 5 ਡਿਗਰੀ ਟਵਿਸਟ ਆਇਆ, ਤੇ ਜੇ 5 ਡਿਗਰੀ ਟਵਿਸਟ ਆਇਆ ਤੇ ਇਹਦੇ ਅੰਦਰ ਰੀਸਟੋਰਿੰਗ ਫੋਰਸ ਕਿੰਨੀ ਡਿਵੈਲਪ ਹੋਣੀ ਆ K5, ਕਿਉਂਕਿ K ਕੀ ਆ 1 ਡਿਗਰੀ ਟਵਿਸਟ ਆਉਣ ਤੇ ਕਿੰਨੀ ਫੋਰਸ ਡਿਵੈਲਪ ਹੁੰਦੀ ਆ, ਉਹਨੂੰ ਅਸੀਂ ਸਪਰਿੰਗ ਕਾਂਸਟੈਂਟ ਬੋਲਦੇ ਆ। ਹੁਣ ਦੇਖੋ ਇਹ ਕੋਇਲ ਜਿਹੜੀ ਆ ਕਰੰਟ ਦੇ ਪਾਸ ਹੋਣ ਦੇ ਨਾਲ ਹਿੱਲ ਗਈ, ਤੇ ਇਹਦੇ ਵਿੱਚ ਕੀ ਆ ਇਹਦੇ ਵਿੱਚ ਇੱਕ ਵੱਟ ਚੜ ਗਿਆ, ਟਵਿਸਟ ਆ ਗਿਆ, ਤੇ ਇਹਨੇ ਇਸ ਸਪਰਿੰਗ ਨੇ ਕੀ ਕਰਨਾ ਵਾ ਇਸ ਕੋਇਲ ਨੂੰ ਰੋਕ ਲੈਣਾ ਵਾ, ਮਤਲਬ ਇਕੁਇਲਿਬਰੀਅਮ ਪੋਜੀਸ਼ਨ ਤੇ ਲੈ ਕੇ ਉਹਨੂੰ ਕੀ ਆ ਰੋਕ ਲੈਣਾ ਵਾ। ਤੇ ਜਦੋਂ ਰੋਕ ਲਿਆ ਉਸ ਸਮੇਂ ਕੀ ਹੋਣਾ ਵਾ, ਟਾਰਕ ਐਕਸਪੀਰੀਅੰਸਡ ਬਾਏ ਲੂਪ ਕਿਹਦੇ ਬਰਾਬਰ ਹੋ ਜਾਣੀ ਆ, ਨੀਚੇ ਜਿਹੜੀ ਇਹਨੇ ਆਪਣੇ ਅੰਦਰ ਫੋਰਸ ਡਿਵੈਲਪ ਕੀਤੀ ਆ, ਕਿਉਂਕਿ ਇਹ ਲੂਪ ਉੱਪਰ ਟਾਰਕ ਐਕਸਪੀਰੀਅੰਸ ਕਰਕੇ ਘੁੰਮ ਰਹੀ ਆ, ਤੇ ਇਹ ਜਿਹੜਾ ਸਪਰਿੰਗ ਵਾ ਇਹ ਅੰਦਰ ਕੀ ਆ ਰੀਸਟੋਰਿੰਗ ਫੋਰਸ ਡਿਵੈਲਪ ਕਰ ਲਿਆ, ਦੋਨੋਂ ਕੀ ਹੋ ਜਾਣੇ ਆ ਬਰਾਬਰ ਹੋ ਜਾਣੇ ਆ। ਤੇ ਇੱਥੋਂ ਅਸੀਂ ਕੀ ਆ I ਦੀ ਵੈਲਿਊ ਕੱਢਣੀ ਆ, I = KNAB5। K/NAB ਨੂੰ ਅਸੀਂ ਕੀ ਬੋਲਦੇ ਆ ਗਲਵੈਨੋਮੀਟਰ ਕਾਂਸਟੈਂਟ ਬੋਲਦੇ ਆ, ਕਿਉਂਕਿ ਇਹ ਸਾਰੀਆਂ ਟਰਮਸ ਕੀ ਆ ਕਾਂਸਟੈਂਟ ਆ। K ਕੀ ਆ ਸਪਰਿੰਗ ਕਾਂਸਟੈਂਟ ਆ, N ਨੰਬਰ ਆਫ ਟਰਨਸ ਆ ਜਿੰਨੀਆਂ ਇਹ ਲੂਪ ਦੇ ਉੱਪਰ ਆ, A ਕੀ ਆ ਏਰੀਆ ਆਫ ਲੂਪ ਆ, B ਕੀ ਆ ਮੈਗਨੈਟਿਕ ਫੀਲਡ ਆ। ਇਹ ਤੇ ਆਪਾਂ ਕੀ ਆ ਜੋ ਇੱਕ ਵਾਰੀ ਸੈੱਟ ਕਰਤਾ ਉਹਨੂੰ ਆਪਾਂ ਚੇਂਜ ਨਹੀਂ ਕਰਨਾ, ਤੇ ਇਹਨੂੰ ਆਪਾਂ ਗਲਵੈਨੋਮੀਟਰ ਕਾਂਸਟੈਂਟ ਬੋਲਦੇ ਆ। ਤਾਂ ਸੋ ਇੱਥੋਂ ਸਾਡੇ ਕੋਲੋਂ ਜਿਹੜਾ ਰਿਲੇਸ਼ਨ ਆਇਆ, ਦੇਖੋ ਰਿਲੇਸ਼ਨ ਕੀ ਆਇਆ ਵਾ I ਡਾਇਰੈਕਟਲੀ ਪ੍ਰੋਪੋਰਸ਼ਨਲ ਟੂ φ, ਮਤਲਬ ਕਰੰਟ ਦੇ ਪਾਸ ਹੋਣ ਦੇ ਨਾਲ ਕਿੰਨੀ ਜ਼ਿਆਦਾ ਡਿਫਲੈਕਸ਼ਨ ਆਉਂਦੀ ਆ, ਜਿੰਨਾ ਜ਼ਿਆਦਾ ਡਿਫਲੈਕਸ਼ਨ ਆਏਗੀ ਉਨਾ ਹੀ ਜ਼ਿਆਦਾ ਕਰੰਟ ਪਾਸ ਹੋ ਰਿਹਾ ਵਾ। ਤੇ ਹੁਣ ਅਸੀਂ ਗੱਲ ਕਰਦੇ ਹਾਂ ਸੈਂਸਿਟੀਵਿਟੀ ਆਫ ਗਲਵੈਨੋਮੀਟਰ। ਕੋਈ ਗਲਵੈਨੋਮੀਟਰ ਕਦੋਂ ਸੈਂਸਿਟਿਵ ਹੁੰਦਾ ਵਾ, ਜਦੋਂ ਉਹ ਛੋਟੀ ਤੋਂ ਛੋਟੀ ਵੈਲਿਊ ਨੂੰ ਨੋਟ ਕਰਨ ਦੇ ਯੋਗ ਹੁੰਦਾ ਵਾ। ਮੰਨ ਲਓ ਮੈਂ ਇੱਥੇ ਇੱਕ ਐਗਜ਼ਾਮਪਲ ਲੈਣਾ ਵਾ, ਮੇਰੇ ਕੋਲੋਂ ਕੀ ਆ ਇੱਕ ਗਲਵੈਨੋਮੀਟਰ A ਆ ਤੇ ਇੱਕ ਗਲਵੈਨੋਮੀਟਰ B ਆ। ਮੈਂ ਦੋਨਾਂ ਨੂੰ ਕੀ ਕੀਤਾ, ਦੋਨਾਂ ਦੇ ਵਿੱਚ 1 ਮਿਲੀ ਐਂਪੀਅਰ ਕਰੰਟ ਦਿੱਤਾ। ਜਦੋਂ ਮੈਂ ਦੋਨਾਂ ਨੂੰ ਸੇਮ ਕਰੰਟ ਦਿੱਤਾ ਮਤਲਬ ਇਨਪੁਟ ਕੀ ਆ 1 ਮਿਲੀ ਐਂਪੀਅਰ, ਤੇ ਇਹਨੇ ਕੀ ਕੀਤਾ, ਆਪਾਂ ਇੱਥੇ ਮਾੜਾ ਜਿਹਾ ਸਕੇਲ ਬਣਾ ਲੈਂਦੇ ਹਾਂ ਸਮਝਣ ਵਾਸਤੇ। ਇਹਨੇ ਕੀ ਕੀਤਾ,
ਇਹਨੇ 1 ਮਿਲੀ ਐਂਪੀਅਰ ਤੇ ਡਿਫਲੈਕਸ਼ਨ ਦਿੱਤੀ 2 ਤੇ। ਇਹਨੇ ਕਿੰਨੇ ਤੇ ਦਿੱਤੀ 1 2 3 4 5 6 7 8 9 10। ਇਹਨੇ ਮੰਨ ਲਓ ਦਿੱਤੀ ਆ 10 ਦੇ ਉੱਪਰ, ਇਹਨੇ ਦਿੱਤੀ ਆ 2। ਆਪਾਂ ਕੀ ਕਵਾਂਗੇ, ਕਰੰਟ ਸੇਮ ਦਿੱਤਾ ਸੀ ਤੇ ਡਿਫਲੈਕਸ਼ਨ ਦੇ ਵਿੱਚ ਕੀ ਆ ਅੰਤਰ ਆਇਆ ਵਾ, ਕਿਹੜਾ ਜ਼ਿਆਦਾ ਸੈਂਸਿਟਿਵ ਆ, ਕਿਹਦਾ ਲੀਸਟ ਕਾਊਂਟ ਛੋਟਾ ਵਾ। ਤੇ ਸਾਨੂੰ ਪਤਾ ਵਾ ਕਿ ਜਿਹੜਾ B ਆ ਨਾ ਉਹ ਜ਼ਿਆਦਾ ਸੈਂਸਿਟਿਵ ਆ। ਜ਼ਿਆਦਾ ਸੈਂਸਿਟਿਵ ਤੋਂ ਮਤਲਬ ਕੀ ਆ ਕਿ ਇਹਦੀ ਇੱਕ ਡਿਫਲੈਕਸ਼ਨ ਦਾ ਕਿੰਨਾ ਮੁੱਲ ਪਿਆ ਇੱਥੇ, ਇਹਦੀ ਇੱਕ ਡਿਫਲੈਕਸ਼ਨ ਦਾ 1 ਮਿਲੀ ਐਂਪੀਅਰ ਦੇ ਹਿਸਾਬ ਨਾਲ ਇੱਕ ਡਿਫਲੈਕਸ਼ਨ ਜਿਹੜੀ ਆ ਜਾਂ ਇੱਕ ਰੀਡਿੰਗ ਆ ਉਹਦਾ ਮੁੱਲ ਹੋਇਆ 0.5 ਮਿਲੀ ਐਂਪੀਅਰ ਇਸ ਕੇਸ ਦੇ ਵਿੱਚ। ਤੇ ਇਸ ਕੇਸ ਦੇ ਵਿੱਚ ਕਿੰਨਾ ਹੋਇਆ, ਇੱਕ ਡਿਫਲੈਕਸ਼ਨ ਦਾ ਮੁੱਲ 1 ਮਿਲੀ ਐਂਪੀਅਰ ਤੇ 10 ਰੀਡਿੰਗ, ਤੇ ਇੱਕ ਰੀਡਿੰਗ ਦਾ ਕੀ ਮਤਲਬ ਆ 0.1 ਮਿਲੀ ਐਂਪੀਅਰ। ਕਿਹੜੀ ਛੋਟੀ ਆ, ਇਹ ਵਾਲੀ ਛੋਟੀ ਆ। ਇਹਦਾ ਮਤਲਬ ਇਹ ਵਾਲਾ ਗਲਵੈਨੋਮੀਟਰ ਕੀ ਆ, ਜ਼ਿਆਦਾ ਸੈਂਸਿਟਿਵ ਆ। ਹੁਣ ਇਸੇ ਤਰੀਕੇ ਨਾਲ ਅਸੀਂ ਇਸ ਸੈਂਸਿਟੀਵਿਟੀ ਨੂੰ, ਗਲਵੈਨੋਮੀਟਰ ਦੀ ਸੈਂਸਿਟੀਵਿਟੀ ਨੂੰ ਦੋ ਭਾਗਾਂ 'ਚ ਵੰਡਦੇ ਹਾਂ। ਪਹਿਲਾਂ ਅਸੀਂ ਗੱਲ ਕਰਦੇ ਹਾਂ ਕਰੰਟ ਦੀ ਸੈਂਸਿਟੀਵਿਟੀ। ਕਰੰਟ ਦੀ ਸੈਂਸਿਟੀਵਿਟੀ ਮਤਲਬ ਕਿ ਡਿਫਲੈਕਸ਼ਨ ਪਰ ਯੂਨਿਟ ਕਰੰਟ, ਮਤਲਬ ਡਿਫਲੈਕਸ਼ਨ ਮਤਲਬ ਪਰ ਯੂਨਿਟ ਕਰੰਟ ਦਾ ਕੀ ਮਤਲਬ ਹੋ ਗਿਆ ਕਿ ਜਿਵੇਂ ਅਸੀਂ ਇੱਥੇ ਸਮਝਿਆ ਵਾ ਕਿ ਕਿੰਨੀ ਡਿਫਲੈਕਸ਼ਨ ਦਿੰਦਾ ਵਾ ਤੇ ਕਿੰਨਾ ਕਰੰਟ ਵਾ, ਤੇ ਅਸੀਂ ਉਹਨੂੰ ਕਿੱਦਾਂ ਲੈਂਦੇ ਆ, ਅਸੀਂ ਕਹਿੰਦੇ ਆ ਕਿ ਮੰਨ ਲਓ ਜੇ I ਕਰੰਟ ਪਾਸ ਹੋ ਰਿਹਾ ਤੇ ਡਿਫਲੈਕਸ਼ਨ ਦਿੱਤੀ φ ਤੇ ਅਪੋਨ I, ਤੇ ਜੇਕਰ ਅਸੀਂ ਇੱਥੇ I ਦੀ ਵੈਲਿਊ ਭਰੀਏ, ਅਸੀਂ ਉੱਪਰੋਂ I ਦੀ ਵੈਲਿਊ ਭਰੀਏ ਤੇ ਸਾਡੇ ਕੋਲੋਂ ਕੀ ਆ, ਇਹ ਵਾਲਾ ਰਿਜ਼ਲਟ ਆ ਜਾਂਦਾ ਵਾ। ਤੇ ਇਹ ਕੀ ਆ, ਸਾਡੀ ਕਰੰਟ ਸੈਂਸਿਟੀਵਿਟੀ ਆ। ਜਿੰਨੀ ਜ਼ਿਆਦਾ ਡਿਫਲੈਕਸ਼ਨ ਪਰ ਯੂਨਿਟ ਕਰੰਟ ਛੋਟੀ ਹੋਊਗੀ ਨਾ, ਉਨਾ ਜ਼ਿਆਦਾ ਇਹ ਗਲਵੈਨੋਮੀਟਰ ਕੀ ਆ, ਕਰੰਟ ਸੈਂਸਿਟਿਵ ਹੋਏਗਾ। ਹੁਣ ਇਹਦੇ ਵਿੱਚ ਸਾਨੂੰ ਇੱਕ ਚੀਜ਼ ਹੋਰ ਪਤਾ ਲੱਗਦੀ ਪਈ ਆ ਕਿ ਸੈਂਸਿਟੀਵਿਟੀ ਕਿੱਦਾਂ ਵੱਧ ਸਕਦੀ ਆ ਜੇਕਰ NAB ਨੂੰ ਵਧਾਓਗੇ ਤੇ ਸੈਂਸਿਟੀਵਿਟੀ ਘਟ ਕਿੱਦਾਂ ਸਕਦੀ ਆ ਜੇਕਰ K ਨੂੰ ਵਧਾਓਗੇ ਤੇ K ਨਾਲ ਕੀ ਆ, ਉਲਟਾ ਇਹਦਾ ਰਿਲੇਸ਼ਨ ਆ। ਹੁਣ ਦੇਖੋ, ਜੇਕਰ ਸਪਰਿੰਗ ਕਾਂਸਟੈਂਟ ਦੀ ਵੈਲਿਊ ਵਧੇਗੀ ਨਾ ਤੇ ਸੈਂਸਿਟੀਵਿਟੀ ਘਟਣੀ ਆ। ਇਹਦਾ ਮਤਲਬ ਕੀ ਹੋ ਗਿਆ, ਜੇ ਇਸ ਸਪਰਿੰਗ ਦਾ ਸਪਰਿੰਗ ਕਾਂਸਟੈਂਟ ਵੱਧ ਗਿਆ, ਮਤਲਬ ਇਹਨੂੰ 1 ਡਿਗਰੀ ਡਿਫਲੈਕਟ ਹੋਣ ਲਈ ਜ਼ਿਆਦਾ ਫੋਰਸ ਚਾਹੀਦੀ ਆ, ਤੇ ਫਿਰ ਇਹਨੇ ਉੱਪਰਲੀ ਰੈਕਟੈਂਗੂਲਰ ਲੂਪ ਨੂੰ ਹਿੱਲਣ ਹੀ ਨਹੀਂ ਦੇਣਾ। ਤੇ ਜੇ ਹਿੱਲਣ ਨਹੀਂ ਦੇਣਾ, ਇਹਦਾ ਮਤਲਬ ਗਲਵੈਨੋਮੀਟਰ ਨੇ ਰੀਡਿੰਗ ਹੀ ਨਹੀਂ ਦੇਣੀ। ਇਸ ਕਰਕੇ ਅਸੀਂ ਕਹਿੰਦੇ ਆ ਕਿ K ਸਪਰਿੰਗ ਜਿਹੜਾ ਵਾ ਉਹ ਇਦਾਂ ਦਾ ਲਾਓ ਜਿਹਦਾ ਸਪਰਿੰਗ ਕਾਂਸਟੈਂਟ ਥੋੜਾ ਹੋਵੇ। ਸਪਰਿੰਗ ਕਾਂਸਟੈਂਟ ਥੋੜਾ ਹੋਣ ਦਾ ਸਾਨੂੰ ਕੀ ਫਾਇਦਾ ਵਾ ਕਿ ਇਸ ਲੂਪ ਦੇ ਵਿੱਚ ਮਾਈਨਰ ਕਰੰਟ ਵੀ ਫਲੋ ਹੋਏਗਾ ਤੇ ਜਿਹੜਾ ਸਪਰਿੰਗ ਵਾ ਉਹ ਅਲਾਓ ਕਰੇਗਾ ਕਿ ਲੂਪ ਜਿਹੜੀ ਆ ਉਹ ਰੋਟੇਟ ਕਰ ਸਕਦੀ ਆ। ਸੋ ਇਹ ਸਾਡੀ ਕੀ ਆ, ਕਰੰਟ ਸੈਂਸਿਟੀਵਿਟੀ ਆ। ਇਸੇ ਤਰੀਕੇ ਨਾਲ ਸਾਡੀ ਕੀ ਆ, ਵੋਲਟੇਜ ਸੈਂਸਿਟੀਵਿਟੀ ਆ। ਕਿਉਂਕਿ ਅਸੀਂ ਪਹਿਲਾਂ ਹੀ ਗੱਲ ਕੀਤੀ ਆ ਕਿ ਇਹ ਜਿਹੜਾ ਸਾਡਾ ਗਲਵੈਨੋਮੀਟਰ ਆ ਨਾ, ਇਹਨੂੰ ਕਰੰਟ ਨੋਟ ਕਰਨ ਲਈ ਵੀ ਅਸੀਂ ਯੂਜ਼ ਕਰਦੇ ਆ ਤੇ ਵੋਲਟੇਜ ਨੋਟ ਕਰਨ ਲਈ ਵੀ ਕਰਦੇ ਆ। ਤੇ ਵੋਲਟੇਜ ਸੈਂਸਿਟੀਵਿਟੀ ਕੀ ਬਣੇਗੀ, VS φ ਬਟਾ V। ਹੁਣ ਦੇਖੋ, ਮਤਲਬ V ਵੋਲਟੇਜ ਪਾਸ ਹੋਈ ਤੇ φ ਕਰੰਟ ਦਿੱਤਾ। 1 ਡਿਗਰੀ ਵੋਲਟੇਜ ਮਤਲਬ 1 ਯੂਨਿਟ ਵੋਲਟੇਜ ਪਾਸ ਹੋਈ ਤੇ ਕਿੰਨਾ, φ ਬਟਾ V। ਇਹ ਜਿਹੜਾ φ ਬਟਾ V ਆ ਨਾ, ਮਤਲਬ ਡਿਫਲੈਕਸ਼ਨ ਪਰ ਯੂਨਿਟ ਵੋਲਟੇਜ। ਇੱਥੇ ਕੀ ਆਇਆ ਸੀ, ਡਿਫਲੈਕਸ਼ਨ ਪਰ ਯੂਨਿਟ ਕਰੰਟ। ਇੱਥੇ ਆਪਾਂ ਲਿਖਾਂਗੇ ਡਿਫਲੈਕਸ਼ਨ ਪਰ ਯੂਨਿਟ ਵੋਲਟੇਜ। ਇਹ ਕੀ ਆ, ਸਾਡੀ ਵੋਲਟੇਜ ਸੈਂਸਿਟੀਵਿਟੀ ਆ। ਵੋਲਟੇਜ ਦਾ ਫਾਰਮੂਲਾ V ਦਾ ਸਾਨੂੰ ਪਤਾ IR ਹੁੰਦਾ। ਹੁਣ ਅਸੀਂ ਇੱਥੇ I ਦੀ ਵੈਲਿਊ ਇਹ ਭਰ ਕੇ ਵੀ ਸੋਲਵ ਕਰ ਸਕਦੇ ਹਾਂ ਤੇ ਦੇਖ ਸਕਦੇ ਹਾਂ ਕਿ ਇਹਦਾ ਕਿਹਦੇ ਨਾਲ ਡਾਇਰੈਕਟਲੀ ਰਿਲੇਸ਼ਨ ਆ ਤੇ ਕਿਹਦੇ ਨਾਲ ਇਹਦਾ ਇਨਵਰਸਲੀ ਰਿਲੇਸ਼ਨ ਆ। ਸੋ ਇਹ ਸਾਡੇ ਕੋਲੋਂ ਕੀ ਆ, ਇਹ ਦੋ ਤਰ੍ਹਾਂ ਦੀ ਸੈਂਸਿਟੀਵਿਟੀ ਆ, ਵੋਲਟੇਜ ਸੈਂਸਿਟੀਵਿਟੀ ਆ ਗਲਵੈਨੋਮੀਟਰ ਦੀ ਤੇ ਇੱਕ ਕਰੰਟ ਸੈਂਸਿਟੀਵਿਟੀ। ਤੇ ਕਰੰਟ ਸੈਂਸਿਟੀਵਿਟੀ ਦਾ ਯੂਨਿਟ ਕੀ ਬਣੇਗਾ, ਰੇਡੀਅਨ ਪਰ ਐਂਪੀਅਰ ਬਣੇਗਾ। ਤੇ ਵੋਲਟੇਜ ਸੈਂਸਿਟੀਵਿਟੀ ਦਾ ਕੀ ਬਣੇਗਾ, ਇੱਥੋਂ ਹੀ ਅਸੀਂ ਸੋਚ ਸਕਦੇ ਹਾਂ φ ਡਿਗਰੀ ਦੇ ਵਿੱਚ ਜਾਂ ਰੇਡੀਅਨ ਚ ਆਏਗਾ, ਰੇਡੀਅਨ ਪਰ ਵੋਲਟ। ਇੱਥੇ ਕੀ ਬਣੇਗਾ, ਰੇਡੀਅਨ ਪਰ ਐਂਪੀਅਰ। ਸੋ ਅਸੀਂ ਦੇਖਿਆ ਕਿ ਗਲਵੈਨੋਮੀਟਰ ਜਿਹੜਾ ਵਾ ਉਹ ਕਿਸ ਤਰੀਕੇ ਨਾਲ ਵਰਕ ਕਰਦਾ ਵਾ, ਉਹਦੀ ਥਿਊਰੀ ਕੀ ਆ, ਉਹਦਾ ਪ੍ਰਿੰਸੀਪਲ ਕੀ ਆ। ਅਸੀਂ ਨੈਕਸਟ ਕਲਾਸ ਦੇ ਵਿੱਚ ਦੇਖਾਂਗੇ ਕਿ ਇਸ ਗਲਵੈਨੋਮੀਟਰ ਤੋਂ ਅਸੀਂ ਐਂਪੀਅਰ ਮੀਟਰ ਕਿਵੇਂ ਬਣਾ ਸਕਦੇ ਹਾਂ ਤੇ ਅਸੀਂ ਵੋਲਟ ਮੀਟਰ ਕਿਵੇਂ ਬਣਾ ਸਕਦੇ ਹਾਂ।